सत श्री अकाल जी सारिਆਂ ਨੂੰ ਵੈਲਕਮ ਬੈਕ। ਮੇਰਾ ਨਾਮ ਰਾਜਪ੍ਰੀਤ, ਤੁਸੀਂ ਦੇਖ ਰਹੇ ਹੋ ਐਸ ਰਾਜਪ੍ਰੀਤ। ਅੱਜ ਆਪਣੀ ਵੀਡੀਓ ਹੋਣ ਜਾਈ ਰਾਈਟਿੰਗ ਬਾਰੇ। ਆਪਾਂ ਅੱਜ ਇਹਦੇ 'ਚ ਰਾਈਟਿੰਗ ਦਾ ਟਾਸਕ 2 ਡਿਸਕਸ ਕਰਾਂਗੇ। ਇਹ ਟਾਸਕ ਹੈਗਾ ਹਿਸਟਰੀ ਬਾਰੇ, ਅਤੇ ਇਹਦੇ 'ਚ ਇੱਕ ਆਪਾਂ ਕਹਿ ਸਕਦੇ ਕਿ ਕਾਇੰਡ ਆਫ ਮੋਡਰੇਟ ਜਿਹਾ ਟਾਸਕ ਆ, ਨਾ ਤਾਂ ਜ਼ਿਆਦਾ ਡਿਫੀਕਲਟ ਆ ਅਤੇ ਨਾ ਹੀ ਬਹੁਤਾ ਈਜ਼ੀ ਆ। ਇਹਦੇ 'ਚ ਮੈਂ ਅੱਗੇ ਦੀ ਵਾਂਗੂ ਫਿਰ ਟਰਾਈ ਕੀਤਾ ਵੀ ਮੈਂ ਆਪਾਂ ਵਧੀਆ ਤੋਂ ਵਧੀਆ ਵੋਕੈਬਲਰੀ ਅਤੇ ਸਟਰਕਚਰਸ ਵਗੈਰਾ ਲਾ ਕੇ ਇੱਕ ਸਿੰਪਲ ਲਿਖੀਏ ਵੀ ਜਿਹਨੂੰ ਹਰ ਕੋਈ ਲਿਖ ਸਕੇ। ਸੋ ਆਪਾਂ ਇਹ ਡਿਸਕਸ ਕਰਾਂਗੇ ਟਾਸਕ। ਇਹਦੇ 'ਚ ਮੈਂ 2 ਇੰਟਰੋ ਲਿਖੀਆਂ ਵਾ, ਤੁਹਾਨੂੰ ਜਿਹੜੀ ਜਿਵੇਂ ਵੀ ਪਸੰਦ ਆਈ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਮੈਂ ਤੁਹਾਨੂੰ ਨਾਲ ਦੀ ਨਾਲ ਡਿਸਕਰਾਈਬ ਕਰਦਾ, ਤੁਸੀਂ ਵੀਡੀਓ ਦੇ ਨਾਲ ਨਾਲ ਮੇਰੇ ਵਰਡਸ 'ਤੇ ਵੀ ਧਿਆਨ ਦੇਣਾ ਵਾ, ਅਤੇ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ। ਤੁਹਾਨੂੰ ਸੀਰੀਅਸਲੀ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲੂਗਾ। ਅਤੇ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਤੁਸੀਂ ਹੋ ਸਕੇ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। Some people say that history offers no practical benefits to the society, while others claim that history teach us to understand the present. ਓਕੇ, ਇਹ ਟਾਸਕ ਹੈ ਜਿਹੜੀ ਹਿਸਟਰੀ ਆ, ਉਹ ਕਹਿੰਦੇ ਇਹਦਾ ਕੋਈ ਵੀ ਪ੍ਰੈਕਟੀਕਲ ਬੈਨੀਫਿਟ ਹੈ ਨਹੀਂ ਗਾ। ਪ੍ਰੈਕਟੀਕਲ ਬੈਨੀਫਿਟ ਮੀਨਸ ਕਿਵੇਂ ਵੀ ਇਹਨੂੰ ਆਪਾਂ ਯੂਜ਼ ਨਹੀਂ ਕਰ ਸਕਦੇ। ਹੁਣ ਦੇਖੋ ਆਪਾਂ ਮੈਥ ਪੜ੍ਹੀ ਦਾ ਵਾ, ਉਹਨੂੰ ਆਪਾਂ ਡੇਲੀ ਪ੍ਰੈਕਟੀਕਲੀ ਯੂਜ਼ ਕਰ ਸਕਦੇ ਹਾਂ। ਵੀ ਹੁਣ ਆਪਾਂ ਮੈਥ ਦੀ ਕੈਲਕੂਲੇਸ਼ਨਸ ਕਰਨੀ ਹੈ, ਕਿਤੇ ਪਲੱਸ ਕਿਤੇ ਮਾਈਨਸ ਹੈ ਨਾ। ਆਪਾਂ ਸਾਇੰਸ ਪੜ੍ਹੀ ਦੀ ਹੈ, ਸਾਇੰਸ ਆਪਾਂ ਕਿਸੇ ਗੈਜਟ ਬਾਰੇ ਆਪਾਂ ਪੜ੍ਹਿਆ, ਕੰਪਿਊਟਰ ਬਾਰੇ ਪੜ੍ਹਿਆ। ਸੋ ਆਪਾਂ ਉਹਨੂੰ ਪ੍ਰੈਕਟੀਕਲੀ ਯੂਜ਼ ਕਰ ਸਕਦੇ ਹਾਂ। ਸੋ ਉਹ ਕੀ ਕਹਿੰਦੇ ਨੇ ਨਾ, ਹਿਸਟਰੀ ਆ। ਹਿਸਟਰੀ ਹੁਣ ਦੇਖੋ ਕੀ ਹੁੰਦਾ ਵੀ ਕਿਸੇ ਰਾਜੇ ਨੇ ਆਹ ਕੀਤਾ, ਕਿਸੇ ਰਾਜੇ ਨੇ ਉਹ ਕੀਤਾ। ਮੋਸਟਲੀ ਇੱਦਾਂ ਹੁੰਦਾ ਵਾ, ਬਾਕੀ ਇਨਵੈਂਸ਼ਨਸ ਬਾਰੇ ਵੀ ਆ, ਬਾਕੀ ਮੋਸਟਲੀ ਹਿਸਟਰੀ ਇੱਦਾਂ ਹੁੰਦੀ ਵੀ ਰਾਜੇ ਨੇ ਆਹ ਕੀਤਾ, ਰਾਜੇ ਨੇ ਉਹ ਕੀਤਾ। ਸੋ ਕੀ ਕਹਿੰਦੇ ਨੇ, ਆਪਾਂ ਪੜ੍ਹ ਕੇ ਉਹਨੂੰ ਕਿਤੇ ਵੀ ਪ੍ਰੈਕਟੀਕਲੀ ਅਪਲਾਈ ਨਹੀਂ ਕਰ ਸਕਦੇ, ਯੂਜ਼ ਨਹੀਂ ਕਰ ਸਕਦੇ ਗੇ। ਮੀਨਸ ਉਹਨੂੰ ਆਪਾਂ ਡੇਲੀ ਲਾਈਫ 'ਚ ਹੁਣ ਆਪਾਂ ਨਾ ਤਾਂ ਰਾਜੇ ਵਾਂਗੂ ਵਾਰ 'ਤੇ ਜਾ ਸਕਦੇ ਹਾਂ, ਨਾ ਕੁਛ ਉੱਦਾਂ ਜਿਵੇਂ ਉਹਦਾ ਲਾਈਫ ਸਟਾਈਲ ਸੀਗਾ। ਸੋ ਕੀ ਕਹਿੰਦੇ ਨੇ ਵੀ ਹਿਸਟਰੀ ਦਾ ਕੋਈ ਵੀ ਪ੍ਰੈਕਟੀਕਲ ਬੈਨੀਫਿਟ ਨਹੀਂ ਹੈਗਾ ਸੋਸਾਇਟੀ ਲਈ। ਜਿਹੜੇ ਦੂਸਰੇ ਨੇ ਵਾਈਲ ਅਦਰ ਕਲੇਮ ਡੈਟ ਹਿਸਟਰੀ ਟੀਚ ਅਸ ਟੂ ਅੰਡਰਸਟੈਂਡ ਦਾ ਪ੍ਰੈਜੈਂਟ। ਜਿਹੜੇ ਕਹਿੰਦੇ ਹਿਸਟਰੀ ਆ, ਉਹ ਕਹਿੰਦੇ ਟੀਚ ਕਰਦੀ ਹੈ, ਸਾਨੂੰ ਸਿਖਾਉਂਦੀ ਆ ਵੀ ਪ੍ਰੈਜੈਂਟ ਨੂੰ ਕਿਵੇਂ ਸਮਝਣਾ। ਹੁਣ ਪ੍ਰੈਜੈਂਟ ਨੂੰ ਕਿਵੇਂ ਸਮਝਿਆ ਜਾਂਦਾ ਹਿਸਟਰੀ ਦੇ ਥਰੂ, ਉਹ ਮੈਂ ਦੱਸਦਾ ਵੀ ਜਦੋਂ ਆਪਾਂ ਹਿਸਟਰੀ ਪੜ੍ਹੀ ਦੀ ਆਪਾਂ ਪਾਸਟ ਦੇਖੀ ਦਾ ਵੀ ਪਾਸਟ 'ਚ ਲੋਕ ਇੱਦਾਂ ਰਹਿੰਦੇ ਸੀ, ਉਹਨਾਂ ਕੋਲ ਆਹ ਫੈਸਿਲਿਟੀ ਸੀਗੀਆਂ, ਆਹ ਇਹਨਾਂ ਕੋਲ ਹੈ ਨਹੀਂ ਸੀਗੀਆਂ, ਇੱਦਾਂ ਦੀਆਂ ਪ੍ਰੋਬਲਮ ਸੀਗੀਆਂ। ਸੋ ਆਪਾਂ ਉਹਨਾਂ ਦਾ ਪ੍ਰੈਜੈਂਟ ਦੇ ਨਾਲ ਕੰਪੈਰੀਜ਼ਨ ਕਰੀਦਾ ਵਾ। ਸੋ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ, ਆਪਾਂ ਨੂੰ ਪਤਾ ਲੱਗਦਾ ਵੀ ਆਪਣੀ ਸੁਸਾਇਟੀ ਗਰੋ ਕਰ ਰਹੀ ਆ ਕਿ ਵੀ ਡਾਊਨ ਜਾ ਰਹੀ ਆ। ਵੀ ਅੱਗੇ ਨਾਲੋਂ ਆਪਾਂ ਵੀ ਜਿਹੜਾ ਆਪਣਾ ਸੁਸਾਇਟੀ ਆ ਵੀ ਉਹਨਾਂ ਦੀ ਜਿਹੜੀ ਥਿੰਕਿੰਗ ਆ ਜਾਂ ਜੋ ਕਿਸੇ ਵੀ ਉਹ ਕੰਮ ਕਰ ਰਹੇ ਨੇ ਵੀ ਅੱਗੇ ਨਾਲੋਂ ਬੈਟਰ ਹੋ ਰਿਹਾ ਵਾ, ਜਾਂ ਫਿਰ ਅੱਗੇ ਨਾਲੋਂ ਵੀ ਹੋਰ ਮਾੜਾ ਵੀ ਨੀਚੇ ਨੂੰ ਪਤਨ ਹੋ ਰਿਹਾ ਉਸ ਚੀਜ਼ ਦਾ। ਸੋ ਉਹ ਚੀਜ਼ ਦਾ ਆਪਾਂ ਨੂੰ ਹਿਸਟਰੀ ਪੜ੍ਹ ਕੇ ਹੀ ਪਤਾ ਲੱਗਦਾ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਉਹਦੇ 'ਚ ਦੇਖਦੇ ਹਾਂ ਵੀ ਉੱਥੇ ਲੋਕ ਆਹ ਕਰਦੇ ਸੀ, ਅੱਜ ਆਪਾਂ ਆਹ ਕਰਦੇ ਹਾਂ। ਸੋ ਪਤਾ ਲੱਗਦਾ ਵੀ ਆਪਾਂ ਕਿੰਨਾ ਅੱਗੇ ਨਿਕਲੇ ਆਏ ਉਹਨਾਂ ਤੋਂ, ਜਾਂ ਆਪਾਂ ਕਿੰਨਾ ਉਸ ਚੀਜ਼ ਤੋਂ ਪਿੱਛੇ ਰਹਿ ਗਏ ਹਾਂ। ਸੋ ਇਹ ਦੋਨੇ ਓਪੀਨੀਅਨਸ ਨੇ ਲੋਕਾਂ ਦੇ। ਸੋ ਡਿਸਕਸ ਬੋਥ ਵਿਊਜ਼ ਐਂਡ ਓਨ ਓਪੀਨੀਅਨ। ਸੋ ਆਪਾਂ ਸ਼ੁਰੂ ਕਰਦੇ ਹਾਂ। ਮੈਂ ਸਿੰਪਲ ਪਹਿਲਾਂ ਇੰਟਰੋ 2 ਲਿਖੀਆਂ ਵਾ, ਆਪਾਂ ਦੋਨੇ ਪੜ੍ਹਦੇ ਹਾਂ। ਪਹਿਲਾਂ ਤਾਂ ਰੀਫਰੇਜ਼ਿੰਗ ਹੀ ਆ। ਜਿਵੇਂ ਫਸਟ ਇੰਟਰੋ, ਦੇਰ ਇਜ਼ ਅ ਸੈਂਸਿਟਿਵ ਕੰਸਰਨ ਅਮੰਗ ਪੀਪਲ। ਇਹ ਇੱਕ ਕਾਇੰਡ ਆਫ ਬੇਸ ਲਾਈਨ ਆ, ਤੁਸੀਂ ਲਿਖ ਲਓ, ਕਿਤੇ ਵੀ ਲਿਖ ਲਓ। ਦੇਰ ਇਜ਼ ਅ ਸੈਂਸਿਟਿਵ ਕੰਸਰਨ ਅਮੰਗ ਪੀਪਲ, ਵੀ ਇੱਥੇ ਲੋਕਾਂ ਵਿੱਚ ਕਰਕੇ ਗੱਲਬਾਤ ਹੁੰਦੀ ਪਈ ਆ। ਵਾਈਲ ਮੈਜੋਰਟੀ ਆਫ ਇੰਡੀਵਿਜੂਅਲਸ ਬਲੀਵ ਡੈਟ, ਮੈਜੋਰਟੀ ਲੋਕ ਨੇ ਉਹ ਬਲੀਵ ਕਰਦੇ ਨੇ ਹਿਸਟਰੀ ਇਜ਼ ਕੰਪਲੀਟਲੀ ਯੂਜ਼ਲੈਸ ਇਨ ਪ੍ਰੈਕਟੀਕਲ ਮੈਥਡ। ਜਿਹੜੀ ਹਿਸਟਰੀ ਆ ਉਹ ਕੰਪਲੀਟਲੀ ਮੀਨਸ ਵੀ ਕਿ ਪੂਰੀ ਹੋਈ ਯੂਜ਼ਲੈਸ ਆ। ਵੀ ਉਹਦਾ ਮਤਲਬ ਕੀ ਆ ਵੀ ਉਹ ਯੂਜ਼ਲੈਸ ਕਿਵੇਂ ਆ ਇਨ ਪ੍ਰੈਕਟੀਕਲ ਮੈਥਡਸ, ਵੀ ਉਹਨੂੰ ਪ੍ਰੈਕਟੀਕਲੀ ਆਪਾਂ ਅਪਲਾਈ ਨਹੀਂ ਕਰ ਸਕਦੇ। ਬਟ ਅਦਰ ਡਿਨਾਈ ਦਿਸ, ਦੂਸਰੇ ਡਿਨਾਈ ਕਰਦੇ ਨੇ ਬਾਈ ਕਲੇਮਿੰਗ ਡੈਟ। ਕੀ ਕਲੇਮ ਕਰਦੇ ਨੇ? ਇਟ ਕੈਨ ਬੀ ਲੁਕਰੇਟਿਵ ਟੂ ਪਰਸੀਵ ਦਾ ਕਰੰਟ ਟਾਈਮ। ਇਹ ਆਪਾਂ ਜਸਟ ਰੀਫਰੇਜ਼ਿੰਗ ਕੀਤੀ ਹੈ। ਕਹਿੰਦੇ ਲੁਕਰੇਟਿਵ ਹੁੰਦਾ ਬੈਨੀਫੀਸ਼ੀਅਲ, ਇਹ ਕਹਿੰਦੇ ਬੈਨੀਫੀਸ਼ੀਅਲ ਹੋ ਸਕਦੀ ਆ ਕਾਹਦੇ ਲਈ? ਪਰਸੀਵ ਹੁੰਦਾ ਸਮਝਣਾ, ਅੰਡਰਸਟੈਂਡ ਦਾ ਟੂ ਪਰਸੀਵ ਦਾ ਕਰੰਟ ਟਾਈਮ, ਜਿਹੜਾ ਕਰੰਟ ਟਾਈਮ ਉਹਨੂੰ ਪਰਸੀਵ ਕਰਨਾ, ਜਾਂ ਕੰਟੈਂਪਰੇਰੀ ਟਾਈਮ ਕਹਿ ਸਕਦੇ ਹਾਂ। ਕੰਟੈਂਪਰੇਰੀ ਟਾਈਮ ਸਮਝ ਦੇ ਨਾਲ ਨਾਲ ਚੱਲਦਾ ਹੁੰਦਾ। ਓਕੇ, ਅੱਗੇ ਦੂਸਰੀ ਇੰਟਰੋ ਕਾਇੰਡ ਆਫ ਟੈਂਪਲੇਟ ਆ। ਮੈਂ ਆਪਾਂ ਆਪਦੇ ਨੈਚੁਰਲ ਲਿਖੀਏ ਤਾਂ ਬੈਟਰ ਆ, ਬਟ ਜੇਕਰ ਕਿਤੇ ਆਪਾਂ ਨੂੰ ਹੋਵੇ ਵੀ ਆਪਾਂ ਨਹੀਂ ਉਸ ਚੀਜ਼ ਨੂੰ ਹੈਂਡਲ ਕਰ ਸਕਦੇ, ਤੁਸੀਂ ਇੱਕ ਟੈਂਪਲੇਟ ਵੀ ਯੂਜ਼ ਕਰ ਸਕਦੇ ਹੋ। ਜਿਵੇਂ ਇਹਨੂੰ ਮੈਂ ਦੱਸ ਦੂੰਗਾ, ਸੋ ਉਵੇਂ ਉਵੇਂ ਲਿਖ ਲਿਓ, ਠੀਕ ਹੈ ਨਾ। ਜਿਵੇਂ ਇੰਪੋਰਟੈਂਸ ਆਫ ਹਿਸਟਰੀ, ਹੁਣ ਇੱਥੇ ਇੰਪੋਰਟੈਂਸ ਆਫ ਹਿਸਟਰੀ ਲਿਖਿਆ। ਆਪਣਾ ਟਾਸਕ ਹਿਸਟਰੀ ਬਾਰੇ ਆਪਾਂ ਹਿਸਟਰੀ ਲਿਖਤਾ। ਕੋਈ ਟੈਕਨੋਲੋਜੀ ਬਾਰੇ ਹੁੰਦਾ, ਆਪਾਂ ਟੈਕਨੋਲੋਜੀ ਬਾਰੇ ਲਿਖ ਦੇਣਾ ਸੀ। ਕੋਈ ਆਪਣਾ ਕੀ ਕਹਿ ਸਕਦੇ ਹਾਂ ਆਪਾਂ, ਮਨੀ 'ਤੇ ਹੁੰਦਾ, ਆਪਾਂ ਮਨੀ 'ਤੇ ਲਿਖ ਦੇਣਾ ਸੀ। ਆਪਾਂ ਹੈਲਥ 'ਤੇ ਹੁੰਦਾ, ਹੈਲਥ 'ਤੇ ਲਿਖ ਦੇਣਾ। ਰਿਲੇਸ਼ਨਸ਼ਿਪ, ਦ ਇੰਪੋਰਟੈਂਸ ਆਫ ਰਿਲੇਸ਼ਨਸ਼ਿਪਸ, ਇੰਪੋਰਟੈਂਸ ਆਫ ਮਨੀ। ਓਕੇ, ਦ ਇੰਪੋਰਟੈਂਸ ਆਫ ਹਿਸਟਰੀ ਵਿਚ ਵਾਜ਼ ਆਲਵੇਜ਼ ਅ ਡਿਬੇਟੇਬਲ ਇਸ਼ੂ, ਜਿਹੜੀ ਕੀ ਕਹਿੰਦੇ ਹਮੇਸ਼ਾ ਦੇ ਇੱਕ ਡਿਬੇਟੇਬਲ ਇਸ਼ੂ ਸੀਗਾ। ਐਂਡ ਨਾਓ ਹੈਜ਼ ਬਿਕਮ ਮੋਰ ਕੰਟਰੋਵਰਸ਼ੀਅਲ, ਉਹ ਹੋਰ ਜ਼ਿਆਦਾ ਕੰਟਰੋਵਰਸ਼ੀਅਲ ਹੋ ਗਿਆ, ਵੀ ਉੱਤੇ ਹੋਰ ਜ਼ਿਆਦਾ ਲੋਕ ਗੱਲਬਾਤ ਕਰਦੇ ਨੇ। ਵਾਈਲ ਸਮ ਕਲੇਮ ਡੈਟ ਇਟਸ ਯੂਜ਼ਲੈਸ ਇਨ ਡੇਲੀ ਲਾਈਫ, ਕੁਝ ਲੋਕ ਕਹਿੰਦੇ ਨੇ ਵੀ ਇਹ ਯੂਜ਼ਲੈਸ ਆ ਆਪਣੀ ਡੇਲੀ ਲਾਈਫ ਦੇ ਵਿੱਚ। ਬਟ ਅਦਰ ਡਿਨਾਈ ਬਾਈ ਸੇਇੰਗ ਡੈਟ ਇਟਸ ਹੈਲਪਫੁਲ ਟੂ ਬੀ ਫੈਮੀਲੀਅਰ ਵਿਦ ਦਾ ਪ੍ਰੈਜੈਂਟ। ਕਹਿੰਦੇ ਨੇ ਜ਼ਿਆਦਾਤਰ ਕੀ ਆ ਵੀ ਇੰਪੋਰਟੈਂਸ ਸੀਗੀ ਹਿਸਟਰੀ ਦੀ, ਜਿਹੜੀ ਉਹਦੀ ਮਹੱਤਤਾ ਸੀ ਉਹ ਹਮੇਸ਼ਾ ਤੋਂ ਇੱਕ ਕਹਿੰਦੇ ਭਾਵ ਦਾ ਮੁੱਦਾ ਰਿਹਾ ਵਾ, ਜਿਹੜਾ ਕਿ ਕਹਿੰਦੇ ਹੋਰ ਜ਼ਿਆਦਾ ਕੰਟਰੋਵਰਸ਼ੀਅਲ ਹੋ ਗਿਆ ਵਾ। ਕੰਟਰੋਵਰਸ਼ੀਅਲ ਮੀਨਸ ਵੀ ਉੱਥੇ ਹੋਰ ਜ਼ਿਆਦਾ ਡਿਬੇਟ ਹੋਣ ਲੱਗ ਗਈ ਆ। ਕੁਝ ਲੋਕ ਕਹਿੰਦੇ ਨੇ ਵੀ ਇਹ ਯੂਜ਼ਲੈਸ ਆ,
ਯੂਸਫੁਲ ਨਹੀਂ, ਯੂਸਲੈਸ ਮੀਨਸ ਕੋਈ ਵਰਤੋਂ ਨਹੀਂ ਹੈਗੀ ਡੇਲੀ ਲਾਈਫ ਦੇ ਵਿੱਚ। ਦੂਸਰੇ ਕਹਿੰਦੇ ਨੇ ਇਹ ਹੈਲਪਫੁਲ ਆ, ਫੈਮਿਲੀਅਰ ਜਾਣੂ ਹੋਣਾ ਕਾਹਦੇ ਨਾਲ, ਪ੍ਰੈਜ਼ੈਂਟ ਦੇ ਨਾਲ, ਵਰਤਮਾਨ ਦੇ ਨਾਲ। ਓਕੇ, ਇਹ ਹੋ ਗਈ ਆਪਣੀ ਦੋਨੇ ਇੰਟਰੋ। ਇਹ ਜਸਟ ਇੰਟਰੋ ਆ। ਥੀਸਿਸ ਆਪਾਂ ਅੱਗੇ ਲਿਖਾਂਗੇ। ਥੀਸਿਸ ਦੇ ਵੀ ਦੋ ਵੇ ਹੁੰਦੇ, ਤੁਹਾਨੂੰ ਮੈਂ ਦੱਸਿਆ, ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋ ਥੀਸਿਸ ਵਾਲੀ ਉੱਪਰ, ਮੈਂ ਡਿਸਕ੍ਰਿਪਸ਼ਨ 'ਚ ਲਿੰਕ ਮਿਲ ਜੂ ਤੁਹਾਨੂੰ। ਜਾਂ ਆਪਾਂ ਕੀ ਜਿਹੜੀ ਆਪਣੀ ਹਿਸਟਰੀ ਸੌਰੀ ਕੀ ਕਹਿਣਾ ਸੀ ਮੈਂ, ਹਾਂ, ਜਿਹੜੀ ਆਪਣੀ ਥੀਸਿਸ ਹੁੰਦੀ ਆ ਆਪਾਂ ਦੋ ਤਰੀਕੇ ਨਾਲ ਲਿਖ ਸਕਦੇ ਹਾਂ। ਇੱਕ ਤਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਉਹਦੇ ਜਿਹੜੇ ਪੁਆਇੰਟਸ ਉਹਨੂੰ ਆਪਾਂ ਹਾਈਲਾਈਟ ਕਰਕੇ ਦੇ ਸਕਦੇ ਵੀ ਇੱਦਾਂ ਇੱਦਾਂ ਆਹ ਚੀਜ਼ ਇੱਦਾਂ ਵਾ, ਆਹ ਚੀਜ਼ ਇੱਦਾਂ ਵਾ। ਉਹ ਕੀ ਕਹਿ ਸਕਦੇ ਵੀ ਉਹਦੇ ਤੁਹਾਨੂੰ ਵੋਕੈਬਲਰੀ ਦੀ ਜ਼ਿਆਦਾ ਕਮਾਂਡ ਚਾਹੀਦੀ ਆ। ਜੇ ਤੁਸੀਂ ਉਹਨੂੰ ਅਵੋਇਡ ਕਰਨਾ ਵੀ ਤੁਸੀਂ ਨਹੀਂ ਇੰਨਾ ਹੈਂਡਲ ਕਰ ਸਕਦੇ, ਤੁਸੀਂ ਇੱਕ ਸਿੰਪਲ ਲਾਈਨ ਲਿਖ ਸਕਦੇ ਹੋ, ਦਿਸ ਐਸੇ ਟੈਂਡਸ ਟੂ ਹਾਈਲਾਈਟ। ਜਿਹੜਾ ਇਹ ਐਸੇ ਆ ਹਾਈਲਾਈਟ ਕਰੂਗਾ ਨਾਟ ਓਨਲੀ ਬੋਥ ਵਿਊ, ਇਕੱਲੇ ਬੋਥ ਵਿਊ ਨਹੀਂ ਬਟ ਆਲਸੋ ਮਾਈ ਓਨ ਕੰਸੈਪਸ਼ਨ, ਜਿਹੜੀ ਕਿ ਮੇਰੀ ਆਪ ਦੀ ਕੰਸੈਪਸ਼ਨ ਆ, ਮੇਰਾ ਆਪ ਦਾ ਓਪੀਨੀਅਨ ਆ, ਉਹਨੂੰ ਵੀ ਨਾਲ ਦੀ ਨਾਲ ਆਪਾਂ ਹਾਈਲਾਈਟ ਕਰਾਂਗੇ, ਨਾਟ ਓਨਲੀ ਬਟ ਆਲਸੋ ਲਾਇਆ। ਓਕੇ, ਦੈਨ ਆਪਣਾ BP1 ਕਮੈਂਸਿੰਗ ਵਿਦ ਦ ਰੀਜ਼ਨ ਵਿਚ ਐਡਵੋਕੇਟ ਟੂ ਦ ਫਾਰਮਰ ਨੋਸ਼ਨ ਵਾਈ ਹਿਸਟਰੀ ਇਜ਼ ਨਾਟ ਵਰਥਵਾਈਲ। ਕਹਿੰਦੇ ਸ਼ੁਰੂ ਕਰਦੇ ਹੋਏ ਕਮੈਂਸਿੰਗ ਵਿਦ ਦ ਰੀਜ਼ਨ, ਉਸ ਰੀਜ਼ਨ ਨਾਲ ਸ਼ੁਰੂ ਕਰਦੇ ਹੋਏ ਜਿਹੜਾ ਕਿ ਐਡਵੋਕੇਟ ਕਰਦਾ। ਐਡਵੋਕੇਟ ਮੀਨਸ ਸਪੋਰਟ ਕਰਦਾ ਵਾ, ਕਿਹਨੂੰ ਸਪੋਰਟ ਕਰਦਾ, ਦੀ ਫਾਰਮਰ। ਹੁਣ ਉੱਥੇ ਦੋ ਨੋਸ਼ਨ ਸੀਗੀਆਂ, ਫਾਰਮਰ ਮੀਨਸ ਪਹਿਲਾਂ ਵਾਲੀ ਵੀ ਉਹ ਯੂਜ਼ਲੈਸ ਆ, ਲੇਟਰ ਇੱਕ ਹੁੰਦਾ ਲੇਟਰ LATTER, ਲੇਟਰ ਹੁੰਦਾ ਬਾਅਦ ਵਿੱਚ, ਜਿਹੜੀ ਬਾਅਦ ਵਾਲੀ ਲੇਟਰ ਆ ਵੀ ਇਹ ਆਪਣੀ ਪ੍ਰੈਜ਼ੈਂਟ ਨੂੰ ਸਮਝਣ 'ਚ ਹੈਲਪ ਕਰਦੀ ਹੈ, ਉਹ ਹੋ ਗਈ ਆਪਣੀ ਲੇਟਰ ਨੋਸ਼ਨ। ਆਪਾਂ ਕਹਿੰਦੇ ਰੀਜ਼ਨ ਨਾਲ ਸ਼ੁਰੂ ਕਰਦੇ ਹੋਏ ਵਿਚ ਐਡਵੋਕੇਟ ਟੂ ਦ ਫਾਰਮਰ ਨੋਸ਼ਨ ਵਾਈ ਹਿਸਟਰੀ ਇਜ਼ ਨਾਟ ਵਰਥਵਾਈਲ। ਜਿਹੜੀ ਹਿਸਟਰੀ ਆ ਕਿਉਂ ਵਰਥਵਾਈਲ ਨਹੀਂ ਗੀ। ਫਸਟਲੀ ਦ ਇਨਫੋਰਮੇਸ਼ਨ ਪਾਸਟ ਕੰਟੇਨਸ, ਜਿਹੜੇ ਕਹਿੰਦੇ ਇਨਫੋਰਮੇਸ਼ਨ ਆ ਪਾਸਟ ਕੰਟੇਨ ਕਰਦਾ ਵਾ, ਹੈਜ਼ ਬਿਕਮ ਐਕਸਟ੍ਰੀਮਲੀ ਆਊਟਡੇਟਡ। ਕਹਿੰਦੇ ਜਿਹੜੀ ਉਹ ਇਨਫੋਰਮੇਸ਼ਨ ਆ ਜਿਹੜੀ ਪਾਸਟ ਕੰਟੇਨ ਕਰਦਾ ਉਹ ਆਊਟਡੇਟਡ ਬਣ ਗਈ, ਮੀਨਸ ਕੋਈ ਉਹਦੀ ਬਹੁਤ ਪੁਰਾਣੀ ਹੋ ਗਈ ਆ। ਵਿਚ ਇਜ਼ ਨਾਟ ਇਨਫੋਰਮੇਟਿਵ ਸੋ ਫਾਰ, ਜਿਹੜੀ ਕਿ ਨੋ ਲੌਂਗਰ ਵੀ ਲਿਖ ਸਕਦੇ ਆ, ਵਿਚ ਇਜ਼ ਇਨਫੋਰਮੇਟਿਵ ਨੋ ਲੌਂਗਰ, ਜਾਂ ਵਿਚ ਨਾਟ ਨੋ ਲੌਂਗਰ ਇਨਫੋਰਮੇਟਿਵ ਵੀ ਲਿਖ ਸਕਦੇ ਆ, ਜਾਂ ਸੋ ਫਾਰ। ਓਕੇ, ਜਰਾ ਪੜ੍ਹਦੇ ਹਾਂ। ਜਿਹੜੀ ਉਹ ਇਨਫੋਰਮੇਸ਼ਨ ਆ ਆਊਟਡੇਟਡ ਬਣ ਗਈ ਆ, ਜਿਸ ਕਰਕੇ ਉਹ ਇਨਫੋਰਮੇਟਿਵ ਨਹੀਂ ਰਹੇਗੀ, ਮੀਨਸ ਉਹਦਾ ਕੋਈ ਆਪਾਂ ਉਹ ਤੋਂ ਨੌਲੇਜ ਨਹੀਂ ਮਿਲਦੀ ਗੀ। ਜਿਵੇਂ ਆਪਾਂ ਐਕਸਪਲੇਨ ਕੀਤਾ, ਦ ਹਿਸਟਰੀ ਇਜ਼ ਫੁੱਲ ਆਫ ਡਿਟੇਲਸ। ਹੁਣ ਜਿਹੜੀ ਮੋਸਟਲੀ ਹਿਸਟਰੀ ਆ ਉਹ ਆਪਾਂ ਕਾਹਦੇ ਬਾਰੇ ਵੀ ਰਾਜੇ ਨੇ ਕੀ ਕੀਤਾ, ਕਿਵੇਂ ਕੀਤਾ। The history is full of details about the lifestyle, achievements and the wars of rulers and empires for either civilization or personal interest। ਇਹ ਆਪਾਂ ਇਹਨੇ ਐਕਸਪਲੇਨ ਕਰਤਾ। ਹੁਣ ਇਹਨੇ ਮੈਂ ਐਕਸਪਲੇਨ ਕਾਹਤੋਂ ਇੱਦਾਂ ਕੀਤਾ ਵਾ, ਜੇ ਵੀ ਜਿਹੜੀ ਹਿਸਟਰੀ ਆ ਉਹ ਆਊਟਡੇਟਡ ਆ, ਠੀਕ ਹੈ ਨਾ। ਆਪਾਂ ਕਹਿ ਤਾ ਆਊਟਡੇਟਡ ਕਿਵੇਂ ਆ, ਕਿਉਂਕਿ ਹਿਸਟਰੀ ਵਿੱਚ ਸਾਰਾ ਹੀ ਉਹਨਾਂ ਦੇ ਲੋਕਾਂ ਦੇ ਲਾਈਫ ਸਟਾਈਲ ਬਾਰੇ ਲਿਖਿਆ ਵਾ ਵੀ ਪਾਸਟ ਜੋ ਕਿਵੇਂ ਰਹਿੰਦੇ ਸੀਗੇ। ਬਟ ਅੱਜ ਕੱਲ੍ਹ ਜਿਹੜਾ ਲਾਈਫ ਸਟਾਈਲ ਆ ਉਹ ਬਹੁਤ ਜ਼ਿਆਦਾ ਚੇਂਜ ਹੋ ਗਿਆ। ਤੁਸੀਂ ਇਹਨੂੰ ਐਗਜ਼ਾਮਪਲ ਨਾਲ ਸਮਝੋ ਵੀ ਜਿਵੇਂ ਪਾਸਟ ਵਿੱਚ ਡਿਕਟੇਟਰਸ਼ਿਪ ਹੁੰਦੀ ਸੀ। ਡਿਕਟੇਟਰਸ਼ਿਪ ਮੀਨਸ ਕਿ ਵੀ ਜਿੱਥੇ ਇੱਕ ਰਾਜੇ ਦਾ ਰਾਜ ਹੁੰਦਾ ਸੀ, ਆਪਣੇ ਪੰਜਾਬ 'ਚ ਵੀ ਬਹੁਤ ਵੀ ਵੱਖੋ ਵੱਖਰੇ ਰਾਜਿਆਂ ਦਾ ਰਾਜ ਹੁੰਦਾ ਸੀਗਾ। ਬਟ ਅੱਜ ਕੱਲ੍ਹ ਕੀ ਆ, ਅੱਜ ਕੱਲ੍ਹ ਹੋ ਗਈ ਡੈਮੋਕ੍ਰੇਸੀ। ਡੈਮੋਕ੍ਰੇਸੀ ਮੀਨਸ ਲੋਕਤੰਤਰ ਹੈ ਨਾ, ਜਿੱਥੇ ਵੀ ਲੋਕ ਆਪ ਦੇ ਜਿਹੜਾ ਉਹਨਾਂ ਦਾ ਪੋਲੀਟੀਸ਼ੀਅਨ ਆ ਜਾਂ ਲੀਡਰ ਉਹਨੂੰ ਖੁਦ ਚਾਹੁੰਦੇ ਆ। ਸੋ ਹਿਸਟਰੀ ਤਾਂ ਕਾਹਦੇ ਬਾਰੇ ਆ, ਸਾਰੀ ਡਿਕਟੇਟਰਸ਼ਿਪ ਬਾਰੇ ਵੀ ਉਹਨਾਂ ਨੇ ਕਿਵੇਂ, ਮੋਸਟਲੀ ਵੈਸੇ ਸਾਰੀ ਨਹੀਂ ਗੀ ਵੀ ਮੋਸਟਲੀ ਹਿਸਟਰੀ ਕਾਹਦੇ ਡਿਕਟੇਟਰਸ਼ਿਪ ਬਾਰੇ ਵੀ ਉਹਨੇ ਕਿਵੇਂ ਕਿਸੇ ਤੋਂ ਰਾਜ ਲਿਆ, ਕਿਵੇਂ ਉੱਥੇ ਰਾਜ ਕੀਤਾ, ਇਹ ਕੀਤਾ ਉਹ ਕੀਤਾ। ਬਟ ਅੱਜ ਕੱਲ੍ਹ ਕੀ ਆ, ਆਪਾਂ ਡੈਮੋਕ੍ਰੇਟਿਕ ਵਰਲਡ ਵਿੱਚ ਰਹਿੰਦੇ ਹਾਂ ਵੀ ਜਿੱਥੇ ਆਪਣੇ ਕੋਲ ਖੁਦ ਹੀ ਫਰੀਡਮ ਆ ਵੀ ਆਪਾਂ ਆਪਦਾ ਕਿਹਨੂੰ ਚੂਜ਼ ਕਰਨਾ ਵਾ। ਸੋ ਇਸ ਕਰਕੇ ਜਿਹੜੀ ਇਨਫੋਰਮੇਸ਼ਨ ਆ ਉਹ ਕੰਪਲੀਟਲੀ ਆਊਟਡੇਟਡ ਆ, ਠੀਕ ਹੈ ਨਾ। ਕਿਉਂਕਿ ਆਪਾਂ ਲਿਖਤਾ ਵੀ ਉਹ ਆਊਟਡੇਟਡ, ਕਿਉਂਕਿ ਜਿਹੜੀ ਹਿਸਟਰੀ ਆ ਭਰੀ ਹੋਈ ਆ ਡਿਟੇਲਸ ਬਾਰੇ, ਲਾਈਫ ਸਟਾਈਲ, ਅਚੀਵਮੈਂਟ ਅਤੇ ਵਾਰ, ਜਿਹੜੀਆਂ ਕਿ ਇਹ ਰੂਲਰ ਜਾਂ ਆਪਦੇ ਇੰਪਾਇਰ ਇੱਕ ਰਾਜੇ ਦੀ ਜਾਂ ਉਹਦਾ ਜਿਹੜਾ ਪੂਰਾ ਰਾਜ ਆ ਕਾਹਦੇ ਲਈ, ਜਾਂ ਤਾਂ ਸਿਵਲਾਈਜੇਸ਼ਨ ਵੀ ਲੋਕਾਂ ਦੀ ਲੜੀ ਸੀ ਜਾਂ ਉਹਨੇ ਖੁਦ ਦੇ ਇੰਟਰਸਟ ਲਈ ਲੜੀ ਸੀ ਵੀ ਮੈਂ ਆਹ ਕਿਲਾ ਜਿੱਤਣਾ, ਮੈਂ ਆਹ ਕਿਲਾ ਜਿੱਤਣਾ। ਬਟ ਨਾਓ ਡੇਜ਼ ਦਾ ਵੇਜ਼ ਟੂ ਲਿਵ ਆਰ ਕੰਪਲੀਟਲੀ ਓਪੋਜ਼ਿਟ ਟੂ ਦਾ ਪਾਸਟ। ਇਸ ਕਰਕੇ ਵੀ ਜਿਹੜੇ ਬਟ ਵੀ ਅਨਫੋਰਚੂਨੇਟਲੀ ਜਿਹੜਾ ਅੱਜ ਕੱਲ੍ਹ ਦੇ ਵੇਜ਼ ਆ ਉਹ ਜਮਾ ਹੀ ਓਪੋਜ਼ਿਟ ਆ ਉਸ ਪਾਸਟ ਦੇ। ਓਕੇ, ਆਪਾਂ ਅੱਗੇ ਪੜ੍ਹਦੇ ਹਾਂ। ਇਨ ਕੰਟਰਾਸਟ ਇਹਦੀ ਜਗ੍ਹਾ 'ਤੇ ਹੁਣ ਦੇਖੋ ਆਪਾਂ ਕੀ ਲਿਖਿਆ, ਉਹ ਤਾਂ ਮੈਂ ਤੁਹਾਨੂੰ ਦੁਬਾਰਾ ਸਮਝਾ ਦੇਣਾ ਇੱਕ ਵਾਰੀ ਫਿਰ ਵੀ ਇਨਫੋਰਮੇਸ਼ਨ ਆਊਟਡੇਟਡ ਬਣ ਗਈ ਆ। ਕਿਵੇਂ ਬਣ ਗਈ, ਕਿਉਂਕਿ ਉਹ ਸਾਰੀ ਡਿਟੇਲਸ ਨਾਲ ਭਰੀ ਵੀ ਆ, ਹੋਰ ਉਹ 'ਚ ਕੁਛ ਵੀ ਹੈ ਨਹੀਂ ਗਾ। ਬਟ ਅੱਜ ਕੱਲ੍ਹ ਜਮਾ ਹੀ ਉਲਟਾ। ਸੋ ਇਹਦੀ ਜਗ੍ਹਾ 'ਤੇ ਇਨ ਕੰਟਰਾਸਟ, ਠੀਕ ਹੈ ਨਾ, ਜਾਂ ਔਨ ਦਿਸ ਪਲੇਸ ਕੀ ਆ ਵੀ ਇਫ ਸਾਇੰਸ ਇਜ਼ ਟੌਟ, ਜੇਕਰ ਇਹਦੀ ਜਗ੍ਹਾ 'ਤੇ ਸਾਇੰਸ ਪੜ੍ਹਾਈ ਜਾਂਦੀ ਆ, ਦੈਨ ਪੀਪਲ ਕੈਨ ਅਵੇਲ ਇਟ ਫॉर ਅ ਪਲਥੋਰਾ ਆਫ ਪਰਪਸਿਸ ਇਨ ਡੇਲੀ ਲਾਈਫ। ਬਟ ਇਹਦੀ ਜਗ੍ਹਾ 'ਤੇ ਕਹਿੰਦੇ ਜੇਕਰ ਆਪ ਕਿਸੇ ਨੂੰ ਸਾਇੰਸ ਪੜ੍ਹਾਈ ਜਾਂਦੀ ਆ ਤਾਂ ਉਹ ਬਹੁਤ ਸਾਰੇ ਪਰਪਸਿਸ ਲਈ ਇਹਨੂੰ ਯੂਜ਼ ਕਰ ਸਕਦੇ ਆ। ਹੈਂਸ ਇਸ ਲਈ ਸਟੱਡਿੰਗ ਸੇਮ ਥਿੰਗਸ ਅਗੇਨ ਐਂਡ ਅਗੇਨ ਵਿਦਾਊਟ ਐਨ ਇੰਪਲੀਮੈਂਟੇਸ਼ਨ ਡਜ਼ਨਟ ਮੇਕ ਐਨੀ ਸੈਂਸ। ਕਹਿੰਦੇ ਸੇਮ ਚੀਜ਼ ਨੂੰ ਵਾਰ-ਵਾਰ ਪੜ੍ਹਨਾ, ਮੀਨਸ ਹਿਸਟਰੀ ਨੂੰ ਪੜ੍ਹਨਾ ਜਾਂ ਪਾਸਟ ਨੂੰ ਵਾਰ-ਵਾਰ ਪੜ੍ਹਨਾ ਕੋਈ ਵੀ ਸੈਂਸ ਨਹੀਂ ਬਣਾਉਂਦਾ, ਵੀ ਇਹਦਾ ਕੋਈ ਵੀ ਮਤਲਬ ਨਹੀਂ ਬਣਦਾ। ਕਿਉਂਕਿ ਆਪਣਾ BP1 ਓਕੇ, ਹੁਣ ਆਪਾਂ BP2 ਕਰਦੇ ਹਾਂ। ਇਹਨੂੰ ਵੀ ਤੁਸੀਂ ਧਿਆਨ ਨਾਲ ਸਮਝਣਾ। ਕਨਵਰਸਲੀ ਇਹ ਹਾਊਐਵਰ ਦਾ ਸਿਨੋਨਿਮ ਆਪਾਂ ਇਹਨੂੰ ਐਡਵਰਬ ਦੀ ਤਰ੍ਹਾਂ ਯੂਜ਼ ਕਰ ਸਕਦੇ। ਕਨਵਰਸਲੀ ਲਰਨਿੰਗ ਅਬਾਊਟ ਦਾ ਬਾਈਗੋਨਸ, ਬਾਈਗੋਨਸ ਹੁੰਦੇ ਜਿਹੜੇ ਬੀਤ ਚੁੱਕੇ ਆ, ਬਾਈਗੋਨਸ ਇਰਾ ਵੀ ਕਹਿ ਸਕਦੇ ਆ, ਬਾਈਗੋਨ ਇਰਾ।
ਲਰਨਿੰਗ ਅਬਾਊਟ ਦਾ ਬਾਈਗੋਨਸ ਗਿਵਸ ਅ ਗਲਿੰਪਸ ਆਫ ਨਾਟ ਓਨਲੀ ਪ੍ਰੈਜ਼ੈਂਟ ਬਟ ਆਲਸੋ ਫਿਊਚਰ। ਕਹਿੰਦੇ ਗਲਿੰਪਸ ਹੁੰਦਾ ਝਲਕ ਵੀ ਉਹਦਾ ਇੱਕ ਲੁੱਕ ਦਿਖਾਉਣਾ, ਠੀਕ ਹੈ, ਦਿਖਾਉਂਦਾ ਵੀ ਕਿੱਦਾਂ ਦੀ ਚੀਜ਼ ਆ। ਜਿਹੜਾ ਲਰਨਿੰਗ ਆ ਬਾਈਗੋਨਸ ਬਾਰੇ ਪੜ੍ਹਨਾ ਉਹ ਗਲਿੰਪਸ ਦਿੰਦਾ ਵਾ ਕਿਹਦੀਆਂ ਪ੍ਰੈਜ਼ੈਂਟ ਦੀਆਂ ਨਹੀਂ ਸਗੋਂ ਦੀਆਂ ਪਾਸਟ ਦੀਆਂ ਵੀ ਫਿਊਚਰ ਦੀਆਂ ਵੀ। ਜਿਵੇਂ ਹੋਰ ਵਰਡਸ ਦੇ ਵਿੱਚ ਸੈਲਡਮ ਟਾਈਮ ਵੀ ਸੈਲਡਮ ਹੁੰਦਾ ਕਦੇ ਕਦੇ। ਫੋਰ ਮੀਨਸ ਆਪਣੇ ਜਿਹੜੇ ਪੂਰਵਜ ਆ, ਫੋਰ ਫਾਦਰਸ ਹੈਵ ਕਮਿਟਡ ਅ ਲੋਟ ਆਫ ਮਿਸਟੇਕਸ ਵਿਚ ਰਿਜ਼ਲਟਡ ਇਨ ਡਿਵਾਸਟੇਟਿੰਗ ਆਊਟਕਮਸ। ਕਹਿੰਦੇ ਜਿਹੜੇ ਆਪਣੇ ਫੋਰ ਫਾਦਰਸ ਆਪਣੇ ਜਿਹੜੇ ਪੂਰਵਜ ਨੇ ਬਹੁਤ ਸਾਰੀਆਂ ਮਿਸਟੇਕ ਕਮਿਟ ਕੀਤੀਆਂ ਹੁੰਦੀਆਂ ਨੇ ਜਿਹਦਾ ਰਿਜ਼ਲਟ ਨਿਕਲਦਾ ਵਾ ਡਿਵਾਸਟੇਟਿੰਗ ਮੀਨਸ ਭਿਆਨਕ ਨਤੀਜੇ ਨਿਕਲਦੇ ਨੇ। ਹਾਊਐਵਰ ਪਰ ਕਹਿੰਦੇ ਜਿਹੜਾ ਸਮਵਨ ਵਿਦ ਪ੍ਰੋਫਾਊਂਡ ਇਨਸਾਈਟ ਜਿਹਦੀ ਕਹਿੰਦੇ ਸਮਵਨ ਕੋਈ ਬੰਦਾ ਕਿਵੇਂ ਵਿਦ ਪ੍ਰੋਫਾਊਂਡ ਹੁੰਦੇ ਇੱਕ ਡੂੰਘੀ ਇਨਸਾਈਟ ਮੀਨਸ ਇੱਕ ਵਿਜ਼ਨ ਜਾਣਕਾਰੀ। ਸਮਵਨ ਵਿਦ ਪ੍ਰੋਫਾਊਂਡ ਇਨਸਾਈਟ ਆਫ ਹਿਸਟਰੀ ਇਜ਼ ਲਾਈਕਲੀ ਟੂ ਬੈਟਰ ਕੰਪਰੋਹੈਂਡ ਦਾ ਕਮਿੰਗ ਫਿਊਚਰ। ਠੀਕ ਹੈ ਜੀ, ਜਿਹੜਾ ਕਹਿੰਦੇ ਨੇ ਵੀ ਕੋਈ ਬੰਦਾ ਜਿਹਦੇ ਕੋਲ ਡੂੰਘੀ ਜਾਣਕਾਰੀ ਹੈ ਇਨਸਾਈਟ ਮੀਨਸ ਉਹਦੇ ਕੋਲ ਨਜ਼ਰੀਆ ਵਾ ਇੱਕ ਹਿਸਟਰੀ ਵਿੱਚ ਡੀਪ ਨੌਲੇਜ ਆ ਕਮਾਂਡ ਆ, ਉਹ ਲਾਈਕਲੀ ਟੂ ਬੈਟਰ ਕੰਪਰੋਹੈਂਡ ਉਹ ਈਜ਼ੀਲੀ ਮੀਨਸ ਉਹ ਕਰ ਸਕਦਾ ਬੈਟਰ ਮੀਨਸ ਇੱਕ ਵਧੀਆ ਤਰੀਕੇ ਨਾਲ ਕੰਪਰੋਹੈਂਡ ਦਾ ਅੰਡਰਸਟੈਂਡ ਦਾ ਸਿਨੋਨਿਮ ਆ। ਕੰਪਰੋਹੈਂਡ ਮੀਨਸ ਸਮਝਣਾ, ਬੈਟਰ ਸਮਝ ਸਕਦਾ ਵਾ ਕਿਹਨੂੰ ਸਮਝ ਸਕਦਾ ਫੋਰ ਦਾ ਕਮਿੰਗ ਫਿਊਚਰ ਆ ਰਿਹਾ ਫਿਊਚਰ ਆ ਵਿਚ ਮੇਕਸ ਇਟ ਏਬਲ ਟੂ ਟਰੈਕ ਦਾ ਰੂਟਸ ਨਹੀਂ ਇੱਥੇ ਰੂਟ ਆਉਣਾ ROUT ਰੂਟ ਮਤਲਬ ਸੋਸਾਇਟੀ ਦਾ ਜਿਹੜਾ ਪਾਥ ਆ ਵਿੱਚ ਮੇਕਸ ਇਟ ਏਬਲ ਟੂ ਟਰੈਕ ਵੀ ਉਹ ਟਰੈਕ ਕਰ ਸਕਦਾ ਵਾ ਰੂਟ ਨੂੰ ਸੋਸਾਇਟੀ ਦੇ ਰੂਟ ਨੂੰ ਜਿਹੜੇ ਰੂਟ 'ਤੇ ਸੋਸਾਇਟੀ ਜਾ ਰਹੀ ਆ। ਫੋਰ ਐਗਜ਼ਾਮਪਲ ਹੁਣ ਆਪਾਂ ਐਗਜ਼ਾਮਪਲ ਦਿੱਤੀ ਆ ਮੈਂ ਐਗਜ਼ਾਮਪਲ ਦਿੱਤੀ World War II ਦੀ। ਹੁਣ ਮੈਂ ਤੁਹਾਨੂੰ ਪੜ੍ਹਾਉਣਾ ਇੱਕ ਵਾਰੀ ਬਸ ਦੱਸਦਾ ਵੀ ਐਗਜ਼ਾਮਪਲ ਆਪਾਂ World War II ਦੀ ਕਿਉਂ ਦਿੱਤੀ। ਫੋਰ ਐਗਜ਼ਾਮਪਲ ਦਾ ਰਿਜ਼ਲਟ ਆਫ World War II make people aware about the consequences of such ideologies thus today all tend to promote peace। ਓਕੇ ਹੁਣ ਦੇਖੋ World War II ਬਾਰੇ ਵੈਸੇ ਮੋਸਟਲੀ ਜਿਹਨਾਂ ਨੂੰ ਪਤਾ ਵਾ ਵੀ ਇੱਕ ਨਿੱਕੀ ਜਿਹੀ ਗੱਲ ਤੋਂ ਇੱਕ ਜਿਵੇਂ ਹਿਟਲਰ ਕਰਕੇ ਉਹ ਵਾਰ ਸ਼ੁਰੂ ਹੋਈ ਸੀ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਦੇਸ਼ਾਂ ਨੇ ਇਨਵੋਲਵ ਹੋਏ। ਉਦੋਂ ਬਾਅਦ ਬਹੁਤ ਹੀ ਲੱਖਾਂ ਕਰੋੜਾਂ ਜਾਨਾਂ ਗਈਆਂ, ਬਹੁਤ ਦੇਸ਼ ਤਬਾਹ ਹੋ ਗਏ, ਇਕੋਨਮੀ ਆਪਣੀ ਕ੍ਰਾਈਸਿਸ ਆ ਗਏ ਸੀਗੇ। ਉਹ ਹੁਣ ਜਿਹੜੇ ਉਹਦੇ ਨਤੀਜੇ ਨੇ ਵੀ World War II ਤੋਂ ਬਾਅਦ ਕੀ ਹੋਇਆ ਵੀ ਲੋਕ ਮਰ ਗਏ, ਡਿਸੀਜ਼ ਹੋ ਗਈਆਂ, ਠੀਕ ਹੈ ਜੀ, ਹੋਰ ਬਹੁਤ ਜਿਵੇਂ ਵੀ ਲੋਕਾਂ ਦੇ ਘਰ ਵਗੈਰਾ ਉੱਜੜ ਗਏ ਵੀ ਜਿਹੜੇ ਉਹਦੇ ਨਤੀਜੇ ਨੇ ਉਹ ਆਪਾਂ ਨੂੰ ਕੀ ਕਰਦੇ ਨੇ ਅਵੇਅਰ ਕਰਦੇ ਨੇ ਕਿੰਨਾ ਬਾਰੇ ਇਹਨਾਂ ਦੀਆਂ ਇੱਦਾਂ ਦੀਆਂ ਕੁਝ ਧਾਰਨਾਵਾਂ ਜਿਹੜੀਆਂ ਕਿ ਕੁਝ ਸੁਸਾਇਟੀ ਆ ਜਿਹੜੀਆਂ ਕਿ ਟੈਰਰਿਸਟ ਦੀਆਂ ਜਿਹੜੇ ਅੱਤਵਾਦੀ ਉਹਨਾਂ ਦੀਆਂ ਜਿਹੜੀਆਂ ਧਾਰਨਾਵਾਂ ਬਣਾਉਂਦੇ ਨੇ ਵੀ ਉਹਨਾਂ ਬਾਰੇ ਆਪਾਂ ਨੂੰ ਅਵੇਅਰ ਕਰਦੀ ਹੈ। ਇਸ ਕਰਕੇ ਅੱਜ ਕੱਲ੍ਹ ਕੀ ਆ ਵੀ ਸਾਰੇ ਪ੍ਰਮੋਟ ਕਰਦੇ ਆ ਪੀਸ ਨੂੰ ਵੀ ਲੋਕ ਸ਼ਾਂਤੀ ਬਣਾਈ ਰੱਖੇ। ਜਿਵੇਂ ਫੋਰ ਐਗਜ਼ਾਮਪਲ ਹੁਣ ਦੇਖੋ ਵੀ ਯੂਕਰੇਨ ਅਤੇ ਰਸ਼ੀਆ ਦੀ ਲੜਾਈ ਚੱਲ ਰਹੀ ਆ, ਉਹਦੇ ਵਿੱਚ ਇਹਨਾਂ ਦੋਨਾਂ ਤੋਂ ਬਿਨਾਂ ਹੋਰ ਵੀ ਕੋਈ ਵੀ ਦੇਸ਼ ਡਾਇਰੈਕਟ ਵੇ ਨਾਲ ਇਨਵੋਲਵ ਨਹੀਂ ਹੋ ਰਿਹਾ ਵੀ ਜਾਂ ਉਹਦੀ ਅਮੈਰੀਕਾ ਹੈਲਪ ਨਹੀਂ ਕਰ ਰਿਹਾ। ਕਿਉਂ ਨਹੀਂ ਕਰ ਰਿਹਾ? ਕਿਉਂਕਿ ਉਹਨੂੰ ਪਤਾ ਵਾ ਵੀ ਪਾਸਟ ਵਿੱਚ ਵੀ ਇੱਦਾਂ ਹੀ ਹੋਇਆ ਸੀ ਵੀ ਇੱਕ ਦੇਸ਼ ਨੇ ਇੱਕ ਦੂਸਰੇ ਦੇਸ਼ ਦੀ ਮਦਦ ਕੀਤੀ ਸੀ ਜਿਹਦੇ ਤੋਂ ਬਾਅਦ ਸਾਰੇ ਦੇਸ਼ ਨਾਲ ਦੀ ਨਾਲ ਮਿਲਦੇ ਗਏ ਅਤੇ ਵਰਲਡ ਵਾਰ ਸ਼ੁਰੂ ਹੋ ਗਈ ਸੀਗੀ। ਸੋ ਇਹ ਜਿਹੜੀ ਚੀਜ਼ ਆ ਉਹਨੂੰ ਹੁਣ ਹਿਸਟਰੀ ਪੜ੍ਹ ਕੇ ਲੱਗੀ, ਜਿਹੜੀ ਇਸ ਚੀਜ਼ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਨਾ ਉਹਨੂੰ ਪਤਾ ਲੱਗਿਆ ਵੀ ਕਿਵੇਂ ਹੋਇਆ ਸੀਗਾ। ਇਹ ਸਾਰੀ ਚੀਜ਼ ਹਿਸਟਰੀ ਹੀ ਦੱਸਦੀ, ਆਪਾਂ ਨੂੰ ਹਿਸਟਰੀ ਤੋਂ ਹੀ ਪੜ੍ਹ ਕੇ ਪਤਾ ਲੱਗਦਾ ਵਾ, ਠੀਕ ਹੈ ਨਾ। ਵੀ ਦੇਖੋ ਜੇ ਤਾਂ ਉਹਨਾਂ ਨੂੰ ਇਨਫੋਰਮੇਸ਼ਨ ਨਾ ਹੁੰਦੀ ਹਿਸਟਰੀ ਬਾਰੇ, ਉਹਨਾਂ ਨੇ ਯੂਕਰੇਨ ਦੀ ਜਾਂ ਰਸ਼ੀਆ ਦੀ ਹੈਲਪ ਕਰਨੀ ਸੀਗੀ ਅਤੇ ਦੈਨ ਦੂਸਰੇ ਦੇਸ਼ ਨੇ ਕਿਸੇ ਹੋਰ ਦੀ ਕਰ ਦੇਣੀ ਸੀ, ਫਿਰ ਉਹਦੇ ਵਰਲਡ ਵਾਰ ਸ਼ੁਰੂ ਹੋਏ ਨਹੀਂ ਸੀ। ਹੁਣ ਸਾਰੇ ਦੇਸ਼ ਜਿਹੜੇ ਜਿੰਨੇ ਵੀ ਕੰਟਰੀਜ਼ ਉਹਨਾਂ ਨੂੰ ਪਤਾ ਵਾ ਵਰਲਡ ਵਾਰ 2 ਦੇ ਕੌਨਸੀਕੁਐਂਸਿਸ ਕੀ ਸੀ, ਨਤੀਜੇ ਕੀ ਸੀਗੇ। ਹੁਣ ਉਹ ਕਿੱਥੋਂ ਪਤਾ ਲੱਗੇ? ਉਹ ਪਤਾ ਲੱਗਿਆ ਆਪਾਂ ਨੂੰ ਹਿਸਟਰੀ ਤੋਂ। ਇਸ ਕਰਕੇ ਅੱਜ ਕੱਲ੍ਹ ਕੋਈ ਵੀ ਉਹ ਵਰਲਡ ਵਾਰ 3 ਨਹੀਂ ਚਾਹੁੰਦਾ ਗਾ। ਸੋ ਇਸ ਕਰਕੇ ਸਾਰੇ ਪੀਸ ਨੂੰ ਪ੍ਰਮੋਟ ਕਰਦੇ ਨੇ, ਠੀਕ ਹੈ ਨਾ। ਹੁਣ ਤਾਂ ਮੈਂ ਇੱਥੇ ਵਰਲਡ ਵਾਰ 2 ਦੀ ਐਗਜ਼ਾਮਪਲ ਦਿੱਤੀ ਸੀਗੀ ਵੀ ਕਈ ਵਾਰੀ ਲੋਕਾਂ ਨੇ ਜਿਹੜੇ ਫੋਰ ਫਾਦਰ ਉਹਨੇ ਮਿਸਟੇਕ ਕੀਤੀਆਂ ਹੁੰਦੀਆਂ ਵਾ ਜਿਹਦੇ ਬਹੁਤ ਖਤਰਨਾਕ ਨਤੀਜੇ ਨਿਕਲਦੇ ਆ। ਪਰ ਕੋਈ ਦੇਸ਼ ਜਿਵੇਂ ਫੋਰ ਐਗਜ਼ਾਮਪਲ ਅਮੈਰੀਕਾ ਵਾ ਜਿਹਦੇ ਕੋਲ ਇੱਕ ਪ੍ਰੋਫਾਊਂਡ ਇਨਸਾਈਟ ਆ ਹਿਸਟਰੀ ਦਾ, ਬਹੁਤ ਡੂੰਘੀ ਜਾਣਕਾਰੀ ਆ, ਉਹ ਈਜ਼ੀਲੀ ਸਮਝ ਸਕਦਾ ਜਿਹੜਾ ਆਉਣ ਵਾਲਾ ਫਿਊਚਰ ਆ। ਇਹ ਫੋਰ ਐਗਜ਼ਾਮਪਲ ਜਿਵੇਂ ਹੁਣ ਰਿਜ਼ਲਟ ਆ ਵਰਲਡ ਵਾਰ 2 ਦੇ, ਉਹ ਲੋਕਾਂ ਨੂੰ ਅਵੇਅਰ ਬਣਾਉਂਦੇ ਨੇ ਵੀ ਪਾਸਟ ਵਿੱਚ ਕੀ ਹੋਇਆ ਸੀਗਾ ਇੱਦਾਂ ਦੀਆਂ ਧਾਰਨਾਵਾਂ ਕਰਕੇ, ਇੱਦਾਂ ਦੇ ਡਿਸੀਜਨਸ ਕਰਕੇ, ਕੁਛ ਇੱਦਾਂ ਦੀਆਂ ਗਲਤੀਆਂ ਕਰਕੇ, ਜਿਹਦੇ ਕਰਕੇ ਅੱਜ ਕੱਲ੍ਹ ਵੀ ਸਾਰੇ ਹਿਸਟਰੀ ਨੂੰ ਪੜ੍ਹ ਕੇ ਪ੍ਰਮੋਟ ਕਰਦੇ ਨੇ। ਕਿਹਨੂੰ ਕਰਦੇ ਨੇ? ਪੀਸ ਨੂੰ, ਵੀ ਸ਼ਾਂਤੀ ਬਣਾਈ ਰੱਖੇ। ਇਸ ਕਰਕੇ ਮੈਂ ਇਹ ਐਗਜ਼ਾਮਪਲ ਦਿੱਤੀ ਆ। ਓਕੇ, ਆਪਾਂ ਨੈਕਸਟ ਪੜ੍ਹਦੇ ਹਾਂ। ਮੋਰ ਓਵਰ ਪੀਪਲ ਕੈਨ ਬਿਕਮ ਫੈਮੀਲੀਅਰ ਵਿਦ ਦ ਰੂਟਸ as history describes how society evolved and overcame the hurdles। moreover ਜਿਹੜੇ ਕਹਿੰਦੇ ਨੇ ਆਪਾਂ ਕਹਿੰਦੇ ਨੇ ਜਿਹੜੇ ਪੀਪਲ ਆ ਉਹ ਬਿਕਮ ਫੈਮੀਲੀਅਰ, ਜਾਣੂ ਬਣਦੇ ਨੇ ਕਿਹਦੇ ਨਾਲ? ਵਿਦ ਦਾ ਰੂਟਸ, ਵੀ ਉਹਨਾਂ ਦੇ ਰੂਟਸ ਕੀ ਆ, ਵੀ ਕਿੱਥੋਂ ਕਿਹੜੀ ਚੀਜ਼ ਸ਼ੁਰੂ ਹੋਈ ਆ, ਵੀ ਉਹਨਾਂ ਦੀਆਂ ਖੁਦ ਦੀਆਂ ਰੂਟਸ ਕੀ ਆ ਜਾਂ ਕਿਸੇ ਵੀ ਚੀਜ਼ ਦੀ ਉਹਦੀ ਜੜ ਕੀ ਆ। ਐਜ਼ ਹਿਸਟਰੀ ਆਫਨ ਡਿਸਕ੍ਰਾਈਬ ਹਾਊ ਸੋਸਾਇਟੀ, ਜਿਹੜੀ ਹਿਸਟਰੀ ਡਿਸਕ੍ਰਾਈਬ ਕਰਦੀ ਆ ਵੀ ਸੋਸਾਇਟੀ ਕਿਵੇਂ ਇਵੋਲਵਡ ਹੋਈ, ਮੀਨਸ ਡਿਵੈਲਪ ਹੋਈ ਆ ਅਤੇ ਐਂਡ ਓਵਰਕਮ ਕੀਤਾ ਉਹਨੇ ਬਹੁਤ ਸਾਰੀਆਂ ਪ੍ਰੋਬਲਮਸ ਨੂੰ। ਇਹਨੂੰ ਵੀ ਮੈਂ ਪੜ੍ਹ ਕੇ ਫਿਰ ਸਮਝਾਉਣਾ ਵੀ ਮੈਂ ਕਿਉਂ ਲਿਖਿਆ ਪੁਆਇੰਟ ਇੱਦਾਂ। They can know the technique which ancient people used to survive that are still in use in different ways, especially in the medical field. Past has gone through several diseases which were overcame by people without aid of modern medication. Therefore, history is considered worthwhile to read, improving lives by the learning from the examples. Okay, ਹੁਣ ਦੇਖੋ ਕੀ ਆ ਵੀ
ਆਪਾਂ ਲਿਖਿਆ ਲੋਕ ਫੈਮੀਲੀਅਰ ਬਣ ਸਕਦੇ ਰੂਟਸ ਨਾਲ, ਕਿਉਂਕਿ ਹਿਸਟਰੀ ਡਿਸਕ੍ਰਾਈਬ ਕਰਦੀ ਵੀ ਸੋਸਾਇਟੀ ਕਿਵੇਂ ਇਵੋਲਵਡ ਹੋਈ, ਕਿਵੇਂ ਡਿਵੈਲਪ ਹੋਈ ਆ, ਅਤੇ ਉਹਨੇ ਕਿਵੇਂ ਜਿਹੜੀਆਂ ਪ੍ਰੋਬਲਮ ਸੀ ਉਹਨਾਂ ਨੂੰ ਫੇਸ ਕੀਤਾ, ਉਹਨੂੰ ਓਵਰਕਮ ਕੀਤਾ, ਬਾਹਰ ਨਿਕਲੀ ਉਹਨਾਂ ਵਿੱਚੋਂ। ਜਿਵੇਂ ਕਹਿੰਦੇ ਨੇ ਉਹ ਜਿਹੜੇ ਲੋਕ ਹਿਸਟਰੀ ਪੜ੍ਹ ਕੇ ਜਾਣ ਸਕਦੇ ਨੇ ਟੈਕਨੀਕ ਨੂੰ, ਜਿਹੜੇ ਕਿ ਐਂਸ਼ੀਅੰਟ ਵੀ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੇ ਯੂਜ਼ ਕੀਤੀਆਂ ਸਰਵਾਈਵ ਕਰਨ ਦੇ ਲਈ, ਅਤੇ ਉਹ ਡੈਟ ਸਟਿਲ ਇਨ ਯੂਜ਼, ਹਜੇ ਵੀ ਯੂਜ਼ ਹੁੰਦੀਆਂ ਨੇ ਕਿਵੇਂ ਇਨ ਡਿਫਰੈਂਟ ਵੇਸ, ਬਹੁਤ ਵੱਖੋ ਵੱਖਰੇ ਤਰੀਕੇ ਨਾਲ, ਸਪੈਸ਼ਲੀ ਇਨ ਮੈਡੀਕਲ ਫੀਲਡ। ਆਪਾਂ ਮੋਸਟਲੀ ਜਿਹੜਾ ਟੋਪਿਕ ਆ ਮੈਡੀਕਲ ਫੀਲਡ ਦੇ ਰਿਲੇਟਡ ਰੱਖਿਆ ਇਹ, ਕਿਉਂਕਿ ਹਿਸਟਰੀ 'ਚ ਪੜ੍ਹ ਕੇ ਆਪਾਂ ਨੂੰ ਮੈਡੀਕਲ ਬਾਰੇ ਵੀ ਪਤਾ ਲੱਗਦਾ ਵੀ ਪਾਸਟ 'ਚ ਕਿਵੇਂ ਹੁੰਦਾ ਸੀਗਾ। ਜਿਵੇਂ ਆਪਾਂ ਕਹਿੰਦੇ ਪਾਸਟ ਹੈਜ਼ ਗੋਨ ਥਰੂ ਸੈਵਰਲ ਡਿਸੀਜ਼, ਪਾਸਟ ਬਹੁਤ ਸਾਰੀਆਂ ਡਿਸੀਜ਼ਸ ਦੇ ਥਰੂ ਗੋ ਹੋਇਆ ਵਾ ਵੀ ਉਹਦੇ ਵਿੱਚ ਉਹਨੂੰ ਫੇਸ ਕਰਨੀਆਂ ਪਈਆਂ ਵਾ, ਜਿਹੜੀਆਂ ਕਿ ਲੋਕਾਂ ਦੁਆਰਾ ਓਵਰਕਮ ਕੀਤੀਆਂ ਗਈਆਂ, ਲੋਕਾਂ ਦੁਆਰਾ ਐਲੀਮੀਨੇਟ ਕੀਤੀਆਂ ਗਈਆਂ ਵਿਦਾਊਟ ਵੀ ਹੈਲਪ ਆਫ ਕਿਹਦੀ ਮੋਡਰਨ ਮੈਡੀਕੇਸ਼ਨ ਦੀ। ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦੇ ਕੇ ਸਮਝਾਉਂਦਾ ਵਾਂ ਵੀ ਦੇਖੋ ਆਪਣੇ 2019 'ਚ ਕੋਵਿਡ ਲਾਕਡਾਊਨ ਲੱਗਿਆ ਸੀ, ਕੋਵਿਡ ਕਰਕੇ ਲਾਕਡਾਊਨ ਲੱਗਿਆ ਸੀਗਾ। ਹੁਣ ਲੋਕ ਜਿਹੜੀ ਸਰਕਾਰ ਆ ਉਹਨੂੰ ਲਾਕਡਾਊਨ ਬਾਰੇ ਪਤਾ ਕਿੱਥੋਂ ਲੱਗਿਆ, ਉਹ ਪਤਾ ਲੱਗਾ ਪਾਸਟ ਪੜ੍ਹ ਕੇ, ਕਿਉਂਕਿ ਜਦੋਂ 1900 ਕੁਝ ਦੇ ਵਿੱਚ ਜਿਹੜੀ ਪਲੇਗ ਦੀ ਬਿਮਾਰੀ ਫੈਲੀ ਸੀਗੀ, ਉਦੋਂ ਜਿਹੜੇ ਦੇਸ਼ਾਂ ਨੇ ਲਾਕਡਾਊਨ ਲਾਤਾ ਸੀਗਾ ਉਹ ਤਾਂ ਰਹਿ ਗਏ ਸੇਫ, ਉਹਨਾਂ 'ਤੇ ਬਹੁਤਾ ਇਸ ਚੀਜ਼ ਨੇ ਮਤਲਬ ਉਹਨੇ ਇਫੈਕਟ ਨਹੀਂ ਕੀਤਾ। ਜਿਹੜੇ ਦੇਸ਼ਾਂ ਨੇ ਲਾਕਡਾਊਨ ਨਹੀਂ ਲਾਇਆ ਸੀਗਾ, ਉਹਨਾਂ ਦਾ ਆਉਣ ਜਾਣ ਸੀਗਾ, ਤਾਂ ਉਹ ਬਹੁਤ ਬੁਰੇ ਤਰੀਕੇ ਨਾਲ ਇਫੈਕਟ ਹੋਏ ਸੀ, ਬਹੁਤ ਹੀ ਲੱਖਾਂ ਕਰੋੜਾਂ ਜਾਨਾਂ ਗਈਆਂ ਸੀਗੀਆਂ। ਸੋ ਜਿਹੜੀ ਇਹ ਚੀਜ਼ ਬਾਰੇ ਆ ਇਹ ਆਪਾਂ ਨੂੰ ਪਤਾ ਲੱਗਿਆ ਹਿਸਟਰੀ ਪੜ੍ਹ ਕੇ। ਜਿਹੜੀ ਸਰਕਾਰ ਨੂੰ ਪਤਾ ਲੱਗਿਆ ਵੀ 1900 ਵਿੱਚ ਜਦੋਂ ਉਹਨਾਂ ਨੇ ਲਾਕਡਾਊਨ ਨਹੀਂ ਲਾਇਆ ਸੀ ਤਾਂ ਡਿਸੀਜ਼ ਬਹੁਤ ਵੱਡੇ ਲੈਵਲ 'ਤੇ ਫੈਲ ਗਈ ਸੀਗੀ। ਸੋ ਉਹਨਾਂ ਨੇ ਡਿਸਾਈਡ ਕੀਤਾ ਵੀ ਅਸੀਂ ਵੀ ਲਾਕਡਾਊਨ ਲਾਉਣਾ। ਉਹ ਚੀਜ਼ ਕਿੱਥੋਂ ਪਤਾ ਲੱਗੀ? ਹਿਸਟਰੀ ਬਾਰੇ। ਹੁਣ ਇੱਥੇ ਮੈਂ ਜਸਟ ਲਾਕਡਾਊਨ ਦੀ ਗੱਲ ਨਹੀਂ ਕਰ ਰਿਹਾ ਹੈਗਾ, ਮੈਂ ਟੈਕਨੀਕ ਦੀ ਗੱਲ ਕਰ ਰਿਹਾ ਵੀ ਉਹਨਾਂ ਨੇ ਕਿਹੜੀ ਟੈਕਨੀਕ ਯੂਜ਼ ਕੀਤੀ ਸੀਗੀ। ਇਹ ਜਿਹੜੀ ਟੈਕਨੀਕ ਆ ਕਿਸੇ ਵੀ ਇਨਵੈਂਸ਼ਨ ਦੀ, ਕਿਸੇ ਵੀ ਕੋਈ ਐਕਸ਼ਨ ਦੀ, ਉਹ ਆਪਾਂ ਨੂੰ ਹਿਸਟਰੀ ਪੜ੍ਹ ਕੇ ਪਤਾ ਲੱਗਦੀ ਵੀ ਕਿਵੇਂ ਹੋਈ ਸੀ, ਕਿਉਂ ਹੋਈ ਸੀ, ਅਤੇ ਉਹਦੇ ਨਤੀਜੇ ਕੀ ਸੀਗੇ। ਠੀਕ ਹੈ ਨਾ। ਹੁਣ ਮੈਂ ਐਗਜ਼ਾਮਪਲ ਦਿੱਤੀ ਹੈ ਲਾਕਡਾਊਨ ਦੀ ਵੀ 19 'ਚ ਲਾਕਡਾਊਨ ਤਾਂ ਲਾਇਆ ਸੀ ਕਿਉਂਕਿ ਉਹਨੂੰ ਪਤਾ ਸੀਗਾ ਵੀ ਜਿਵੇਂ ਪਲੇਗ ਦੇ ਟਾਈਮ ਜਿਨ੍ਹਾਂ ਨੇ ਲਾਕਡਾਊਨ ਲਾਤਾ ਸੀ ਉਹ ਦੇਸ਼ ਬਚ ਗਏ ਸੀ, ਜਿਨ੍ਹਾਂ ਨੇ ਨਹੀਂ ਲਾਇਆ ਸੀਗਾ ਉਹ ਇਫੈਕਟਡ ਹੋ ਗਏ ਸੀਗੇ। ਸੋ ਜਿਹੜੀ ਉਹ ਟੈਕਨੀਕ ਆ, ਜਿਹੜੀ ਉਹ ਸਟ੍ਰੈਟਜੀ ਆ, ਉਹ ਕਿੱਥੋਂ ਪਤਾ ਲੱਗਿਆ? ਆਪਾਂ ਨੂੰ ਹਿਸਟਰੀ ਪੜ੍ਹ ਕੇ। ਓਕੇ, ਇਹ ਆਪਣਾ ਹੋ ਗਿਆ ਸੈਕਿੰਡ ਪੁਆਇੰਟ। ਇਸ ਕਰਕੇ ਕਹਿੰਦੇ ਦੇਅਰਫੋਰ ਹਿਸਟਰੀ ਇਜ਼ ਕੰਸੀਡਰਡ, ਹਿਸਟਰੀ ਨੂੰ ਮੰਨਿਆ ਜਾਂਦਾ ਵਾ, ਕੰਸੀਡਰ ਕੀਤਾ ਜਾਂਦਾ ਵਾ ਵਰਥਵਾਈਲ। ਠੀਕ ਹੈ ਨਾ, ਵੀ ਮੁੱਲ ਮੋੜ ਦੀ, ਜਿਹਨੇ ਆਪਾਂ ਵੀ ਯੂਜ਼ਫੁੱਲ ਟੂ ਰੀਡ ਫॉर ਇੰਪਰੂਵਿੰਗ ਲਾਈਫਸ ਬਾਏ ਲਰਨਿੰਗ ਫਰੋਮ ਦ ਐਗਜ਼ਾਮਪਲਸ, ਵੀ ਆਪਣੀ ਲਾਈਫ ਨੂੰ ਇੰਪਰੂਵ ਕਰਨ ਲਈ ਲਰਨਿੰਗ ਫਰੋਮ ਐਗਜ਼ਾਮਪਲਸ। ਸੋ ਆਪਾਂ ਐਗਜ਼ਾਮਪਲਸ ਤੋਂ ਸਿੱਖ ਸਕਦੇ ਹਾਂ ਵੀ ਪਾਸਟ 'ਚ ਕੀ ਹੋਇਆ ਅਤੇ ਕਿਵੇਂ ਹੋਇਆ। ਸੋ ਆਪਾਂ ਉਹ ਗਲਤੀਆਂ ਨਾ ਕਰੀਏ ਜਾਂ ਆਪਾਂ ਉਹ ਟੈਕਨੀਕਸ ਯੂਜ਼ ਕਰੀਏ ਜਿਹੜੀਆਂ ਕਿ ਉਹਨਾਂ ਨੇ ਸੋਸਾਇਟੀ ਦੇ ਬੈਨੀਫਿਟ ਲਈ ਯੂਜ਼ ਕੀਤੀਆਂ ਸੀਗੀਆਂ। ਇਹ ਆਪਣਾ ਹੋ ਗਿਆ BP2। ਇਹ ਆਪਾਂ ਨੂੰ ਪਤਾ ਲੱਗਦਾ ਸਾਰੀ ਚੀਜ਼ ਹਿਸਟਰੀ ਪੜ੍ਹ ਕੇ। ਹੁਣ ਕਨਕਲੂਜਨ ਟੂ ਕਨਕਲੂਡ, although old days do not have significance in daily life, ਕਹਿੰਦੇ although old day ਦਾ ਕੋਈ ਵੀ ਸਿਗਨੀਫਿਕੈਂਸ ਮੀਨਸ ਇੰਪੋਰਟੈਂਸ ਨਹੀਂ ਗੀ ਡੇਲੀ ਲਾਈਫ ਦੇ ਵਿੱਚ ਇਨ ਡੇਲੀ ਸਰਵਾਈਵਲ, ਯੈਟ ਇਟ ਪ੍ਰੋਵਾਈਡਸ ਅ ਕਲੀਅਰ ਵਿਜ਼ਨ ਆਫ ਡਾਇਰੈਕਸ਼ਨ। ਕਹਿੰਦੇ ਇੱਕ ਪ੍ਰੋਪਰ ਇਹ ਕਹਿੰਦੇ ਫਿਰ ਵੀ ਇੱਕ ਕਲੀਅਰ ਵਿਜ਼ਨ ਪ੍ਰੋਵਾਈਡ ਕਰਦੀ ਹੈ, ਵੀ ਇੱਕ ਵਿਜ਼ਨ ਮੀਨਸ ਇੱਕ ਨਜ਼ਰੀਆ ਪ੍ਰੋਵਾਈਡ ਕਰਦੀ ਆ ਕਿਹਦਾ? ਡਾਇਰੈਕਸ਼ਨ ਦਾ। ਵੀ ਇੱਕ ਦਿਖਾਉਂਦੀ ਹੈ ਵੀ ਡਾਇਰੈਕਸ਼ਨ ਦਸ ਕਮਿਊਨਿਟੀ ਇਜ਼ ਗੋਇੰਗ ਇਨ, ਵੀ ਜਿਹੜੀ ਕਮਿਊਨਿਟੀ ਆ ਉਹ ਕਿੱਧਰਲੀ ਡਾਇਰੈਕਸ਼ਨ 'ਚ ਜਾ ਰਹੀ ਹੈ। ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ, ਮੈਂ ਤੁਹਾਨੂੰ ਅੱਗੇ ਦੱਸਿਆ ਸੀ, ਉਹਦਾ ਨੂੰ ਪਤਾ ਲੱਗਦਾ ਵੀ ਸੋਸਾਇਟੀ ਬੈਟਰ ਹੋ ਰਹੀ ਹੈ ਜਾਂ ਅੱਗੇ ਨਾਲੋਂ ਵੀ ਮਾੜੀ ਹੋ ਰਹੀ ਆ। ਹੁਣ ਇਹ ਆਪਣਾ ਹੋ ਗਿਆ ਟਾਸਕ 2। ਜੇ ਤੁਹਾਨੂੰ ਕਿਤੋਂ ਵੀ ਕੁਝ ਨਾ ਸਮਝ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਾਂ ਤੁਸੀਂ ਮੇਰੇ ਡਿਸਕ੍ਰਿਪਸ਼ਨ 'ਚੋਂ ਮੇਰਾ ਕੰਟੈਕਟ ਲੈ ਕੇ ਤੁਸੀਂ ਮੈਨੂੰ ਐਨੀ ਟਾਈਮ ਵਿਦਾਊਟ ਹੈਜ਼ੀਟੇਸ਼ਨ ਕੰਟੈਕਟ ਕਰ ਸਕਦੇ ਹੋ। ਜੇ ਤੁਹਾਨੂੰ ਕੋਈ ਹੋਰ ਵੀ ਹੈਲਪ ਚਾਹੀਦੀ ਹੋਵੇ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਬਾਕੀ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ, ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਤੁਹਾਡਾ ਸਾਰਿਆਂ ਦਾ ਥੈਂਕ ਯੂ ਜੀ।